सतनाम वाहिगुरु साहिब जी। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। जाप आद सच जुगाद सच है भी सच नानक होसी भी सच। डंडौत वंदन अनक वार सर्ब कला समरथ डोलन ते राखो प्रभु नानक दे कर हथ। फिरत फिरत प्रभ आया परया तो सरणाए नानक की प्रभ बेनती अपनी भगति लाए। सतनाम वाहिगुरु साहिब जी। गौड़ी महला पंजवा। राख पिता प्रभ मेरे मोहे निर्गुण सब गुण तेरे। राख पिता प्रभ मेरे मोहे निर्गुण सब गुण तेरे। रहाओ पंच बिखादी एक गरीबा राखो राखण हारे। खेद करहे आर बहुत संतापहे आयो सरन तुहारे। कर कर हारियो अनक बहु भांति छोड़े कतहु नाही। एक बात सुनता की ओटा साध संग मिट जाही। कर कृपा संत मिलै मोहे तिसते धीरज पाया। शांति मंत्र दियो मोहि निरभउ गुर का शब्द कमाया। जीत लय ओए महा बिखादी सहज सुहेली बाणी। कहो नानक मन भया परगासा पाया पद निर्वाणी। जीत लय ओए महा बिखादी सहज सुहेली बाणी। कहो नानक मन भया परगासा पाया पद निर्वाणी। वाहिगुरु जी का खालसा वाहिगुरु जी की फतेह। जुगो जुग अटल जबर तख्त दे मालक दो जहान दे वाली लोक परलोक दे राखे। जाहरा जहूर हाजरा हजूर सर्ब कला भरपूर। जागती जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हन। आओ अमृत वेले की संभाल करते हुए
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 106 ਅੰਗ ਤੇ ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦੇ ਅੰਦਰ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਅਸੀਂ ਵਾਹਿਗੁਰੂ ਅੱਗੇ ਕਿਸ ਪ੍ਰਕਾਰ ਬੇਨਤੀਆਂ ਕਰੀਏ। ਸਾਨੂੰ ਜਾਚ ਦੱਸੋ ਬੇਨਤੀਆਂ ਕਰਨ ਦੀ ਕਿ ਕਿਸ ਪ੍ਰਕਾਰ ਅਸੀਂ ਪਰਮੇਸ਼ਰ ਅੱਗੇ ਬੇਨਤੀਆਂ ਕਰਿਆ ਕਰੀਏ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਗੁਰਸਿੱਖੋ, ਉਸ ਪਰਮੇਸ਼ਰ ਅੱਗੇ ਇਸ ਪ੍ਰਕਾਰ ਬੇਨਤੀਆਂ ਕਰੋ ਕਿ ਮਹਾਰਾਜ ਜੀ ਨੇ ਬਾਣੀ ਦੁਆਰਾ ਸਮਝਾਉਣਾ ਕੀਤਾ ਕਿ ਇਸ ਪ੍ਰਕਾਰ ਬੇਨਤੀਆਂ ਕਰਿਆ ਕਰੋ। ਕਹੋ ਪਰਮੇਸ਼ਰ ਨੂੰ, ਰਾਖ ਪਿਤਾ ਪ੍ਰਭ ਮੇਰੇ, ਕਿ ਹੇ ਮੇਰੇ ਪਿਤਾ ਸਰੂਪ ਅਕਾਲ ਪੁਰਖ ਵਾਹਿਗੁਰੂ, ਮੇਰੇ ਤਾਈਂ ਰਾਖ ਰੱਖਣਾ ਕਰੋ। ਰਾਖ ਪਿਤਾ ਪ੍ਰਭ ਮੇਰੇ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਆ ਕੇ ਉਸ ਅਕਾਲ ਪੁਰਖ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਹੇ ਮੇਰੇ ਪਿਤਾ ਸਰੂਪ ਅਕਾਲ ਪੁਰਖ ਵਾਹਿਗੁਰੂ, ਮੇਰੇ ਤਾਈਂ ਰੱਖਣਾ ਕਰੋ, ਕਿ ਮੇਰੀ ਰੱਖਿਆ ਕਰੋ। ਮੋਹੇ ਨਿਰਗੁਣ, ਕਿ ਮੈਂ ਨਿਰਗੁਣ ਗੁਣਾਂ ਤੋਂ ਰਹਿਤ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹਨ। ਅਤੇ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਸਾਰੇ ਸਭ ਗੁਣ ਤੇਰੇ, ਸਾਰੇ ਸਭ ਗੁਣ ਤੇਰੇ ਤੁਹਾਡੇ ਵਿੱਚ ਹੀ ਹਨ। ਮੇਰੇ ਵਿੱਚ ਕੋਈ ਵੀ ਗੁਣ ਨਹੀਂ, ਮੈਂ ਗੁਣਾਂ ਤੋਂ ਰਹਿਤ ਹਾਂ। ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੇਰੀ ਰੱਖਿਆ ਕਰਨਾ ਕਰੋ। ਤੁਹਾਡੇ ਹੀ ਦਿੱਤੇ ਹੋਏ ਜਿਹੜੇ ਗੁਣ ਹਨ ਇਹ ਸਾਡੇ ਵਿੱਚ ਹਨ, ਪਰ ਅਸੀਂ ਗੁਣਾਂ ਤੋਂ ਹੀਣੇ ਹਾਂ। ਤੁਸੀਂ ਗੁਣਾਂ ਦੇ ਵਿੱਚ ਹੋ ਤੇ ਤੁਹਾਡੇ ਵਿੱਚ ਸਾਰੇ ਗੁਣ ਹਨ, ਤੇ ਤੁਸੀਂ ਸਾਡੇ ਤੇ ਕਿਰਪਾ ਕਰੋ। ਮਾਤਾ ਪਿਤਾ ਭਾਵ ਰਾਖ ਪਿਤਾ ਹੈ ਮੇਰੇ ਪਿਤਾ ਸਰੂਪ ਪ੍ਰਭ ਮੇਰੇ ਅਕਾਲ ਪੁਰਖ ਵਾਹਿਗੁਰੂ, ਮੇਰੇ ਤਾਈਂ ਰੱਖਣਾ ਕਰੋ, ਮੇਰੀ ਰੱਖਿਆ ਕਰੋ। ਮੋਹੇ ਨਿਰਗੁਣ, ਮੋਹੇ ਮੈਂ ਨਿਰਗੁਣ ਗੁਣਾਂ ਤੋਂ ਰਹਿਤ ਹਾਂ। ਅਤੇ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਸਭ ਗੁਣ ਤੇਰੇ, ਸਭ ਸਾਰੇ ਗੁਣ ਤੇਰੇ ਤੁਹਾਡੇ ਹੀ ਹਨ। ਪੰਜ ਬਿਖਾਦੀ ਏਕ ਗਰੀਬਾ, ਹੈ ਪਰਮੇਸ਼ਰ ਇਹ ਪੰਜ ਬਿਖਾਦੀ, ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਹੁਤ ਬਿਖਾਦੀ ਹਨ, ਝਗੜਾਲੂ ਹਨ, ਝਗੜਾ ਕਰਨ ਵਾਲੇ ਹਨ। ਇਹ ਜਿਹੜੇ ਪੰਜ ਬਿਖਾਦੀ ਹਨ, ਹੈ ਪਰਮੇਸ਼ਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਹੁਤ ਹੀ ਝਗੜਾਲੂ ਹਨ, ਝਗੜਾ ਕਰਦੇ ਹਨ ਇਸ ਮਨ ਦੇ ਨਾਲ। ਪੰਜ ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ੇ ਸੋਭ ਗੁਣਾਂ ਨੂੰ ਖਾਈ ਜਾਣ ਵਾਲੇ ਹਨ। ਤੇ ਮੈਂ ਏਕ ਗਰੀਬਾ, ਕਿ ਗਰੀਬਾ ਦੀਨ ਇਕੱਲਾ ਹਾਂ, ਇੱਕ ਹੀ ਹਾਂ। ਮੈਂ ਇੱਕ ਗਰੀਬ ਹਾਂ, ਇਕੱਲਾ ਹੀ ਹਾਂ। ਤੇ ਜਿਹੜੇ ਪੰਜ ਬਿਖਾਦੀ ਝਗੜਾਲੂ ਕਾਮ ਕ੍ਰੋਧ ਮੋਹ ਲੋਭ ਹੰਕਾਰ ਹਨ, ਇਹ ਸ਼ੁਭ ਗੁਣਾਂ ਨੂੰ ਖਾਈ ਜਾਂਦੇ ਹਨ। ਜਿਹੜੇ ਮੇਰੇ ਵਿੱਚ ਸ਼ੁਭ ਗੁਣ ਹਨ ਇਹ ਝਗੜਾਲੂ
ਮੈਨੂੰ ਚੁੰਬੜੇ ਹੋਏ ਹਨ, ਇਹ ਮੇਰੇ ਸ਼ੁਭ ਗੁਣਾਂ ਨੂੰ ਖਾ ਜਾਂਦੇ ਹਨ। ਮਹਾਰਾਜ ਏਕ ਗਰੀਬਾ, ਮੈਂ ਏਕ ਗਰੀਬਾ, ਦੀਨ ਗਰੀਬ ਇਕੱਲਾ ਹੀ ਹਾਂ। ਰਾਖੋ ਰਾਖਣਹਾਰੇ, ਤੁਸੀਂ ਆਪਣੇ ਭਗਤਾਂ ਨੂੰ ਰਾਖਣਹਾਰੇ, ਰੱਖਣ ਵਾਲੇ ਹੋ, ਰੱਖਿਆ ਕਰਨ ਵਾਲੇ ਹੋ। ਕਿਰਪਾ ਕਰਕੇ ਮੈਨੂੰ ਵੀ ਰੱਖ ਲਓ, ਮੇਰੀ ਵੀ ਰੱਖਿਆ ਕਰੋ। ਖੇਦ ਕਰੇ ਅਰ ਬਹੁਤ ਸੰਤਾਵਹੀ, ਹੇ ਪਰਮੇਸ਼ਰ ਇਹ ਪੰਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ। ਬਹੁਤ ਹੀ ਖੇਦ ਹੁੰਦਾ, ਦੁੱਖ ਦੇਣਾ ਕਰਦੇ ਹਨ। ਖੇਦ ਕਰਹਿ ਅਰ ਬਹੁਤ ਸੰਤਾਵਹਿ, ਹੇ ਪਰਮੇਸ਼ਰ ਇਹ ਪੰਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿ ਖੇਦ ਹੁੰਦਾ, ਦੁੱਖ ਦੇਣਾ ਕਰਦੇ ਹਨ। ਅਰ ਬਹੁਤ ਸੰਤਾਵਹਿ, ਅਰ ਅਤੇ ਬਹੁਤ ਬੇਅੰਤ ਸਤਾਉਂਦੇ ਰਹਿੰਦੇ ਹਨ, ਤੰਗ ਕਰਦੇ ਰਹਿੰਦੇ ਹਨ। ਆਇਓ ਸਰਨ ਤੁਹਾਰੇ, ਇਸ ਕਰਕੇ ਇਹ ਮਹਾਰਾਜ ਇਹਨਾਂ ਤੋਂ ਬਚਣ ਲਈ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਜਿਹੜੇ ਇਹ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਇਹ ਦੁੱਖ ਦੇਣਾ ਕਰਦੇ ਹਨ ਮੈਨੂੰ, ਅਤੇ ਬਹੁਤ ਸੰਤਾਵੇ, ਬਹੁਤ ਬੇਅੰਤ ਸਤਾਉਂਦੇ ਰਹਿੰਦੇ ਹਨ। ਆਇਓ ਸਰਨ ਤੁਹਾਰੇ, ਇਹਨਾਂ ਤੋਂ ਬਚਣ ਲਈ ਮੈਂ ਤੁਹਾਰੇ, ਤੁਹਾਡੀ ਸ਼ਰਨ ਓਟ ਵਿੱਚ ਆਇਆ ਹਾਂ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਹੇ ਪਰਮੇਸ਼ਰ ਜੇ ਕਹੋ ਕਿ ਕੋਈ ਯਤਨ ਕਰ। ਮਹਾਰਾਜ ਜੀ ਕਹਿਣ ਲੱਗੇ ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਕਿ ਇਸ ਤਰ੍ਹਾਂ ਅਰਦਾਸਾਂ ਕਰੋ, ਪਰਮੇਸ਼ਰ ਅੱਗੇ ਕਹਿਣਾ ਕਰੋ, ਹੇ ਪਰਮੇਸ਼ਰ ਜੇ ਕਹੋ ਕਿ ਕੋਈ ਯਤਨ ਕਰ ਕੇ ਵੇਖ ਲਓ, ਪਰ ਮੈਂ ਤਾਂ ਬਹੁਤ ਬਹੁਤ ਯੋਗ ਅਭਿਆਸ ਕਰਕੇ ਵੀ, ਅਨੇਕਾਂ ਤਰ੍ਹਾਂ ਦੇ ਸਾਧਨ ਯਤਨ ਕਰਕੇ ਵੀ, ਬਹੁਤ ਤਰੀਕਿਆਂ ਦੀਆਂ ਸ਼ਾਸਤਰਾਂ ਦੀਆਂ ਜੁਗਤੀਆਂ ਆਦਿਕ ਵਰਤ ਕੇ ਵੀ ਹਾਰ ਗਿਆ, ਹਾਰ ਚੁੱਕਿਆ ਹਾਂ। ਛੋਡੇ ਕਤਹੂ ਨਾਹੀ, ਪਰ ਇਹ ਕਿਸੇ ਤਰ੍ਹਾਂ ਵੀ ਛੱਡਦੇ ਨਹੀਂ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਕਿਸੇ ਵੀ ਤਰੀਕੇ ਨਾਲ ਇਹ ਛੱਡਦੇ ਨਹੀਂ। ਕਿ ਜੇ ਕਹੋ ਕਿ ਯਤਨ ਕਰਕੇ ਵੇਖ ਲਓ, ਪਰ ਮੈਂ ਮਹਾਰਾਜ ਜੀ ਬਹੁਤ ਯੋਗ ਅਭਿਆਸ ਕਰਕੇ, ਅਨੇਕਾਂ ਤਰ੍ਹਾਂ ਦੇ ਸਾਧਨ ਯਤਨ ਕਰਕੇ, ਅਤੇ ਬਹੁਤ ਤਰੀਕਿਆਂ ਦੀਆਂ ਸ਼ਾਸਤਰਾਂ ਦੀਆਂ ਜੁਗਤੀਆਂ ਆਦਿਕ ਵਰਤ ਕੇ ਹਾਰ ਚੁੱਕਿਆ ਹਾਂ। ਛੋਡੇ ਕਤਹੂ ਨਾਹੀ, ਪਰ ਇਹ ਜਿਹੜੇ ਪੰਜ ਵਿਕਾਰ ਹਨ, ਇਹ ਛੱਡਦੇ ਨਹੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਇਹ ਚੰਬੜੇ ਹੋਏ ਹਨ। ਏਕ ਬਾਤ ਸੁਨ ਤਾਂ ਕੀ ਓਟਾ, ਹੇ ਪਰਮੇਸ਼ਰ ਮੈਂ ਇੱਕੋ ਹੀ ਬਾਤ, ਇੱਕੋ ਹੀ ਗੱਲ ਸੁਣ ਕਰਕੇ ਹਿਰਦੇ ਵਿੱਚ ਓਟਾ ਕਿ ਓਟ ਟੇਕ ਤੱਕਣਾ ਕੀਤੀ ਹੈ। ਏਕਾ ਬਾਤ ਸੁਣ ਤਾਂ ਕੀ ਓਟਾ, ਹੈ ਪਰਮੇਸ਼ਰ ਮੈਂ ਇੱਕੋ ਹੀ ਗੱਲ ਸੁਣ ਕੇ ਹਿਰਦੇ ਵਿੱਚ ਓਟ ਤੱਕਣਾ ਕੀਤੀ ਹੈ। ਕਿ ਸਾਧ ਸੰਗ ਮਿਟ ਜਾਹੀ, ਕਿ ਸਾਧ ਸੰਗ, ਸਤ ਸੰਗਤ ਵਿੱਚ ਮਿਲਣੇ ਕਰਕੇ ਹੀ ਇਹ ਵਿਕਾਰ ਮਿਟ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ, ਹੇ ਪਰਮੇਸ਼ਰ ਇੱਕੋ ਹੀ ਬਾਤ ਗੱਲ ਸੁਣ ਕਰਕੇ ਹਿਰਦੇ ਵਿੱਚ ਓਟ ਤੱਕਣਾ ਕੀਤੀ ਹੈ। ਕਿ ਸਾਧ ਸੰਗ ਮਿਟ ਜਾਹੀ, ਕਿ ਸਾਧ ਸੰਗ, ਸਤ ਸੰਗਤ ਵਿੱਚ ਮਿਲਣੇ ਕਰਕੇ ਹੀ ਇਹ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ, ਜਿਹੜੇ ਇਹ ਨਾਸ ਹੋ ਜਾਂਦੇ ਹਨ। ਕਰ ਕਿਰਪਾ ਸੰਤ ਮਿਲੇ ਮੋਹੇ, ਕਿਰਪਾ ਇਸ ਪ੍ਰਕਾਰ ਜਦੋਂ ਕਿਰਪਾ ਦ੍ਰਿਸ਼ਟੀ ਕਰਕੇ ਮੋਹੇ ਮੈਨੂੰ ਸੰਤ ਸਾਤ ਆਤਮਾ ਗੁਰੂ ਸਾਹਿਬ ਜੀ ਮਿਲੇ, ਤਾਂ ਮੋਹੇ ਮੈਨੂੰ ਤਿੰਨ ਤੇ ਧੀਰਜ ਪਾਇਆ, ਤੇ ਮੈਨੂੰ ਉਹਨਾਂ ਤੋਂ ਧੀਰਜ ਚਿੱਤ ਦਾ ਟਿਕਾ ਪ੍ਰਾਪਤ ਹੋਇਆ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਇਸ ਪ੍ਰਕਾਰ ਜਦੋਂ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ
ਸਾਤ ਆਤਮਾ ਗੁਰੂ ਸਾਹਿਬ ਜੀ ਮਿਲ ਗਏ ਤਾਂ ਮੈਨੂੰ ਉਹਨਾਂ ਤੋਂ ਧੀਰਜ ਚਿੱਤ ਦਾ ਟਿਕਾਓ ਪ੍ਰਾਪਤ ਹੋਇਆ ਕਿ ਸੰਤ ਸਾਤ ਆਤਮਾ ਬਾਬਾ ਬੁੱਢਾ ਜੀ ਦੀ ਕਿਰਪਾ ਕਰਕੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਿਲ ਪਏ ਤਾਂ ਉਹਨਾਂ ਤੋਂ ਧੀਰਜ ਪ੍ਰਾਪਤ ਕੀਤਾ। ਸ਼ਾਂਤੀ ਮੰਤ ਦਿਓ ਮੋਹਿ ਨਿਰਭਉ, ਸ਼ਾਂਤੀ ਮੰਤ ਦਿਓ ਮੋਹਿ ਨਿਰਭਉ। ਸ਼ਾਂਤੀ ਸੰਤਾਂ ਮਹਾਂਪੁਰਖਾਂ ਗੁਰੂ ਸਾਹਿਬਾ ਜੀ ਨੇ ਮੋਹਿ ਮੈਨੂੰ ਨਿਰਭਉ ਭੈ ਤੋਂ ਰਹਿਤ ਕਰਨ ਵਾਲਾ। ਮੰਤ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿ ਇਹ ਮੂਲ ਮੰਤਰ ਦੇਣਾ ਕੀਤਾ ਹੈ ਬਖਸ਼ਿਆ ਹੈ ਅਤੇ ਗੁਰ ਕਾ ਸ਼ਬਦ ਕਮਾਇਆ। ਤੇ ਗੁਰ ਕਾ ਸ਼ਬਦ ਕਮਾਇਆ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਸਦਕਾ ਮੈਂ ਇਸ ਮੂਲ ਮੰਤਰ ਵਾਹਿਗੁਰੂ ਮੰਤਰ ਨੂੰ ਕਮਾਉਣਾ ਕੀਤਾ ਹੈ। ਸ਼ਾਂਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ। ਸ਼ਾਂਤੀ ਸੰਤਾਂ ਮਹਾਂਪੁਰਖਾਂ ਗੁਰੂ ਸਾਹਿਬ ਜੀ ਨੇ ਮੋਹਿ ਮੈਨੂੰ ਨਿਰਭਉ ਭੈ ਤੋਂ ਰਹਿਤ ਕਰਨ ਵਾਲਾ ਕਿ ਮੂਲ ਮੰਤਰ ਦੇਣਾ ਕੀਤਾ ਹੈ ਬਖਸ਼ਿਆ ਹੈ ਅਤੇ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਕਮਾਇਆ ਉਪਦੇਸ਼ ਸਦਕਾ ਮੈਂ ਇਹ ਮੂਲ ਮੰਤਰ ਵਾਹਿਗੁਰੂ ਮੰਤਰ ਨੂੰ ਕਮਾਉਣਾ ਕੀਤਾ ਹੈ। ਤੇ ਕਮਾਉਣ ਕਰਕੇ ਜੀਤ ਲਏ ਓਏ ਮਹਾ ਵਿਖਾਦੀ। ਜਿਹੜੇ ਮਹਾ ਬਹੁਤ ਹੀ ਵਿਖਾਦੀ ਝਗੜਾਲੂ ਸੀ, ਵਿਕਾਰੀ ਆਦਮੀਆਂ ਨੂੰ ਖਾਣ ਵਾਲੇ ਸੀ, ਉਹ ਹੁਣ ਸ਼ਬਦ ਦੇ ਅਭਿਆਸ ਕਰਕੇ ਮੂਲ ਮੰਤਰ ਜਪਣੇ ਕਰਕੇ ਗੁਰਮੰਤਰ ਜਪਣੇ ਕਰਕੇ ਮੈਂ ਜਿੱਤ ਲਏ ਹਨ। ਅਤੇ ਸਹਿਜ ਸੁਹੇਲੀ ਬਾਣੀ ਸਹਿਜ ਸੁਭਾਵਕ ਹੀ ਬਾਣੀ ਕਰਕੇ ਸਾਡੀ ਬਿਰਤੀ ਸੁਭਾਵਕ ਸੁਖਦਾਇਕ ਹੋ ਗਈ ਹੈ। ਸਹਿਜੇ ਹੀ ਸੁਖਦਾਇਕ ਅੰਮ੍ਰਿਤ ਰੂਪੀ ਬਾਣੀ ਸਾਨੂੰ ਪ੍ਰਾਪਤ ਹੋ ਗਈ ਹੈ। ਜੀਤ ਲਏ ਓਏ ਮਹਾ ਬਖਾਦੀ ਸਹਿਜ ਸੁਹੇਲੀ ਬਾਣੀ। ਜਿਹੜੇ ਬਹੁਤ ਹੀ ਝਗੜਾਲੂ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਵਿਕਾਰੀ ਆਦਮੀਆਂ ਨੂੰ ਖਾਣ ਵਾਲੇ ਸੀ, ਉਹ ਹੁਣ ਸ਼ਬਦ ਦੇ ਅਭਿਆਸ ਨਾਲ ਗੁਰਮੰਤਰ ਨਾਲ ਕਿ ਮੂਲ ਮੰਤਰ ਨਾਲ ਉਹ ਜਿੱਤ ਲਏ ਹਨ। ਅਤੇ ਸਹਿਜ ਸੁਹੇਲੀ ਬਾਣੀ ਸਹਿਜ ਸੁਭਾਵਕ ਹੀ ਬਾਣੀ ਕਰਕੇ ਸੁਭਾਵਕ ਹੀ ਜਪਣੇ ਕਰਕੇ ਸਾਡੀ ਬਿਰਤੀ ਸੁਖਦਾਇਕ ਹੋ ਗਈ ਹੈ। ਕਹੋ ਨਾਨਕ ਮਨ ਭਇਆ ਪਰਗਾਸਾ। ਸਤਿਗੁਰੂ ਜੀ ਕਥਨ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਇਸ ਪ੍ਰਕਾਰ ਹਿਰਦੇ ਵਿੱਚ ਗਿਆਨ ਦਾ ਪ੍ਰਗਾਸਾ ਚਾਨਣਾ ਹੋ ਗਿਆ ਹੈ। ਮੂਲ ਮੰਤਰ ਗੁਰਮੰਤਰ ਜਪਣੇ ਕਰਕੇ ਸਹਿਜ ਅਵਸਥਾ ਦੇ ਵਿੱਚ ਤੇ ਸਾਡੇ ਅੰਦਰ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਚਾਨਣਾ ਹੋ ਗਿਆ ਹੈ ਅਤੇ ਪਾਇਆ ਪਦ ਨਿਰਵਾਣੀ ਅਤੇ ਨਿਰਵਾਣੀ ਬੰਧਨਾ ਤੋਂ ਰਹਿਤ ਪਦਵੀ ਨੂੰ ਪਾ ਲਿਆ ਹੈ। ਗੌੜੀ ਮਹੱਲਾ ਪੰਜਵਾ। ਉਹ ਅਵਨਾਸੀ ਰਾਇਆ ਨਿਰਭਉ ਸੰਗ ਤੁਮਾਰੈ ਬਸਤੇ। ਇਹ ਡਰਨ ਕਹਾਂ ਤੇ ਆਇਆ ਰਹਾਉ। ਏਕ ਮਹਿਲ ਤੂੰ ਹੋਏ ਅਪਾਰੋ। ਏਕ ਮਹਿਲ ਨਿਮਾਨੋ। ਏਕ ਮਹਿਲ ਤੂੰ ਆਪੇ ਆਪੇ। ਏਕ ਮਹਿਲ ਗਰੀਬਾਨੋ। ਏਕ ਮਹਿਲ ਤੂੰ ਪੰਡਤ ਬਖਤਾ। ਏਕ ਮਹਿਲ ਖਰ ਹੋਤਾ। ਏਕ ਮਹਿਲ ਤੂੰ ਸਭ ਕਿਸ ਗ੍ਰਾਹਜ। ਏਕ ਮਹਿਲ ਕਛੂ ਨਾ ਲੇਤਾ। ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ। ਖਿਲਾਵਨ ਹਾਰੋ ਜਾਨੈ। ਜੈਸਾ ਭੇਖ ਕਰਾਵੈ ਬਾਜੀਗਰ। ਹੋ ਤੈਸੋ ਹੀ ਸਾਜ ਆਨੈ। ਅਨਕ ਕੋਠਰੀ ਬਹੁਤ ਭਾਂਤ ਕਰੀਆ।
आप हुआ रखवारा, जैसे महल राखै तैसे रहना, क्या एहो करै विचारा, जिन किस किया सोई जानै, जिन एह सब भेद साजी, कहो नानक अपरंपर स्वामी, कीमत अपने काजी। कहो नानक अपरंपर स्वामी, कीमत अपने काजी। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਬਾਗ ਵਿੱਚ ਬੈਠੇ ਸਨ। ਦੀਵਾਨ ਸਜਿਆ ਹੋਇਆ ਸੀ, ਸੰਗਤਾਂ ਦਰਸ਼ਨ ਕਰ ਰਹੀਆਂ ਸਨ। ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਪੈੜਾ ਜੀ ਆਦਿਕ ਗੁਰਸਿੱਖ ਸਤਿਗੁਰਾਂ ਦੇ ਸਨਮੁਖ ਬੈਠੇ ਸਨ ਦੀਵਾਨ ਦੇ ਵਿੱਚ। ਤਦ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਇਹ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਇਹ ਸੰਸਾਰ ਕੀ ਹੈ? ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਸੰਸਾਰ ਵਿਨਾਸ਼ ਰੂਪ ਹੈ। ਇਹ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖਾਂ ਨੂੰ ਕਹਿਣ ਲੱਗੇ ਕਿ ਇਹ ਸੰਸਾਰ ਵਿਨਾਸ਼ ਰੂਪ ਹੈ। ਫਿਰ ਮਹਾਰਾਜ ਪਰਮੇਸ਼ਰ ਕਿਸ ਪ੍ਰਕਾਰ ਦਾ ਹੈ? ਇਹ ਸੰਸਾਰ ਤਾਂ ਵਿਨਾਸ਼ ਰੂਪ ਹੈ, ਖਤਮ ਹੋਣ ਵਾਲਾ ਹੈ। ਤੇ ਉਹ ਪਰਮੇਸ਼ਰ ਕਿਸ ਪ੍ਰਕਾਰ ਦਾ ਹੈ? ਤੇ ਉਸ ਦੀ ਰਚਨਾ ਦੇ ਅੰਦਰ ਅਨੇਕਤਾ ਕਿਉਂ ਪ੍ਰਾਪਤ ਹੋ ਰਹੀ ਹੈ? ਅਨੇਕਤਾ ਕਿਉਂ ਪ੍ਰਾਪਤ ਹੋ ਰਹੀ ਹੈ? ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਇਸ ਸ਼ਬਦ ਵਿੱਚ ਵਾਹਿਗੁਰੂ ਦੇ ਅਨੇਕਾਂ ਥਾਂ ਵਰਤਣ ਦੀ ਗੱਲ ਕਰਕੇ ਦੋ ਗੱਲਾਂ ਕੀਤੀਆਂ ਹਨ। ਇੱਕ ਤਾਂ ਬ੍ਰਹਮ ਵੇਤਿਆਂ ਦੀ ਦ੍ਰਿਸ਼ਟੀ ਵਿੱਚ ਸਭ ਕੁਝ ਦਾ ਆਪੇ ਆਪ ਵਰਤਣਾ, ਤੇ ਦੂਸਰਾ ਚੇਤਨ ਸਤਾ ਦੇ ਕਰਕੇ ਜੀਵਾਂ ਦੇ ਕੋਲੋਂ ਕਰਮ ਕਰਾਉਣ ਦਾ ਭਾਵ। ਦੋ ਤਰ੍ਹਾਂ ਦਾ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ, ਉਹ ਅਵਿਨਾਸੀ ਰਾਇਆ। ਇਹ ਸਿੱਖੋ, ਜੋ ਤਤ ਪਦ ਦਾ ਲੱਖ ਅਰਥ ਸਰੂਪ ਸੁੱਧ ਬ੍ਰਹਮ ਹੈ, ਉਹ ਅਵਿਨਾਸੀ ਨਾਸ਼ ਤੋਂ ਰਹਿਤ ਸਾਰਿਆਂ ਦਾ ਰਾਜਾ ਰੂਪ ਹੈ। ਸਾਰਿਆਂ ਦਾ ਰਾਇਆ, ਸਾਰਿਆਂ ਨੂੰ ਰਾਇਆ ਹੈ, ਪ੍ਰਕਾਸ਼ ਦਾ ਹੈ, ਚਾਨਣ ਦੇਣ ਵਾਲਾ ਹੈ। ਉਹ ਅਵਿਨਾਸੀ ਰਾਇਆ। ਮਹਾਰਾਜ ਜੀ ਕਹਿਣ ਲੱਗੇ, ਹੇ ਗੁਰਸਿੱਖੋ, ਜੋ ਤਤ ਪਦ ਦਾ ਲੱਖ ਅਰਥ ਸਰੂਪ ਸੁੱਧ ਬ੍ਰਹਮ ਹੈ, ਉਹ ਅਵਿਨਾਸੀ ਨਾਸ਼ ਤੋਂ ਰਹਿਤ ਸਾਰਿਆਂ ਦਾ ਰਾਜਾ ਰੂਪ ਹੈ, ਸਾਰਿਆਂ ਨੂੰ ਪ੍ਰਕਾਸ਼ ਦਾ ਹੈ। ਨਿਰਭਉ ਸੰਗ ਤੁਮਾਰੈ ਬਸਤੀ। ਮਹਾਰਾਜ ਜੀ ਸਿੱਖਾਂ ਨੂੰ ਕਹਿਣ ਲੱਗੇ ਕਿ ਹੇ ਸਿੱਖੋ, ਉਸ ਦੇ ਸਨਮੁਖ ਚਿੱਤ ਜੋੜ ਕੇ ਬੇਨਤੀ ਕਰੋ ਉਸ ਪਰਮੇਸ਼ਰ ਦੇ ਅੱਗੇ ਕਿ ਮਹਾਰਾਜ ਜਿਤਨਾ ਚਿਰ ਤੁਹਾਡੇ ਨਾਲ ਲਿਵ ਲਗਾ ਕੇ ਬਸਦੇ ਹਾਂ, ਨਿਰਭਉ ਸੰਗ ਤੁਮਾਰੈ ਬਸਤੇ, ਕਿ ਹੇ ਗੁਰਸਿੱਖੋ, ਉਸ ਪਰਮੇਸ਼ਰ ਦੇ ਸਨਮੁਖ ਚਿੱਤ ਨੂੰ ਜੋੜ ਕੇ ਬੇਨਤੀ ਕਰੋ ਕਿ ਮਹਾਰਾਜ ਜਿਤਨਾ ਚਿਰ ਤੁਹਾਡੇ ਨਾਲ ਲਿਵ ਲਗਾ ਕੇ ਬਸਦੇ ਹਾਂ, ਜਿਹੜੇ ਉਸ ਪਰਮੇਸ਼ਰ ਦੇ ਨਾਲ ਬਿਰਤੀ ਜੋੜ ਕੇ ਬਸਦੇ ਹਨ, ਨਿਰਭਉ ਉਹ ਭੈ ਤੋਂ ਰਹਿਤ ਹੋ ਜਾਂਦੇ ਹਨ। ਫਿਰ ਇਹ ਡਰਨ ਕਹਾਂ ਤੇ ਆਇਆ। ਫਿਰ ਇਹ ਡਰਨ ਭੈ ਕਹਾਂ ਕਿੱਥੋਂ ਆਇਆ ਹੈ ਤੇ ਕਿੱਥੋਂ ਆਉਂਦਾ ਹੈ? ਭਾਵ ਕੋਈ ਡਰ ਨਹੀਂ ਹੈ, ਬਸ ਅਗਿਆਨ ਕਰਕੇ ਹੀ ਜੀਵਾਂ ਨੂੰ ਮਨ ਵਿੱਚ ਚਿੰਬੜਿਆ ਹੋਇਆ ਹੈ। ਅਗਿਆਨ ਕਰਕੇ ਇਹ ਡਰ ਜੀਵਾਂ ਦੇ ਮਨ ਵਿੱਚ ਚਿੰਬੜਿਆ ਹੋਇਆ ਹੈ। ਜਦੋਂ ਪਰਮੇਸ਼ਰ ਦੇ ਨਾਲ ਲਿਵ ਬਿਰਤੀ ਲੱਗ ਗਈ ਤੇ ਪਰਮੇਸ਼ਰ ਦੇ ਨਾਲ ਜਦੋਂ ਇਸ ਜੀਵ ਦੀ ਲਿਵ ਬਿਰਤੀ ਲੱਗ ਗਈ, ਫਿਰ ਨਿਰਭਉ ਭੈ ਤੋਂ ਰਹਿਤ ਹੋ ਜਾਂਦਾ ਹੈ। ਇਹ ਡਰਨ ਕਹਾਂ ਤੇ ਆਇਆ। ਫਿਰ ਇਹ ਭੈ, ਇਹ ਡਰ ਕਿੱਥੋਂ ਆਉਂਦਾ ਹੈ? ਭਾਵ ਕੋਈ ਡਰ ਨਹੀਂ ਰਹਿੰਦਾ,
ਜਦੋਂ ਜੀਵ ਪਰਮੇਸ਼ਰ ਦੇ ਨਾਮ ਦੁਆਰਾ, ਉਸ ਦੀ ਸਿਫਤ ਸੁਲਾਹ ਦੁਆਰਾ ਬਿਰਤੀ ਜੋੜ ਕੇ ਬੈਠ ਜਾਂਦਾ ਹੈ, ਫਿਰ ਡਰ ਨਹੀਂ ਰਹਿੰਦਾ ਕਿ ਜੀਵਾਂ ਨੂੰ ਮਨ ਵਿੱਚ ਜਿਹੜਾ ਡਰ ਚੁੰਬੜਿਆ ਹੋਇਆ ਹੈ ਅਗਿਆਨ ਦਾ, ਤੇ ਉਹ ਚਲਿਆ ਜਾਂਦਾ ਹੈ। ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾਨੋ। ਹੇ ਪਰਮੇਸ਼ਰ, ਏਕ ਇੱਕ ਮਹਿਲ ਸਰੀਰ, ਕਿ ਇੱਕ ਸਰੀਰਾਂ ਵਿੱਚ ਤੂੰ ਹੀ ਅਫਾਰੋ ਹੰਕਾਰ ਦੇ ਸਹਿਤ ਆਫਰਿਆ ਹੋਇਆ ਹੈ। ਏਕ ਮਹਿਲ ਤੂੰ ਹੋਏ ਅਫਾਰੋ। ਹੇ ਪਰਮੇਸ਼ਰ, ਏਕ ਇੱਕ ਮਹਿਲ ਸਰੀਰਾਂ ਵਿੱਚ ਜਾਂ ਅੰਤਸਕਰਨ ਹਿਰਦੇ ਵਿੱਚ ਤੂੰ ਹੀ ਅਫਾਰੋ ਹੰਕਾਰ ਦੇ ਸਹਿਤ ਆਫਰਿਆ ਹੋਇਆ ਹੈ, ਅਤੇ ਇੱਕ ਮਹਿਲ ਇੱਕ ਸਰੀਰਾਂ ਵਿੱਚ ਨਿਮਾਨੋ ਨਿਮਰਤਾ ਦੇ ਸਹਿਤ ਹੋ ਕੇ ਵਰਤ ਰਿਹਾ ਹੈ। ਭਾਵ ਜਿੱਥੇ ਘੋਰ ਤਮੋ ਗੁਣ ਬਿਰਤੀ ਹੈ, ਉੱਥੇ ਹੰਕਾਰ ਦੇ ਸਹਿਤ ਆਫਰਿਆ ਫਿਰਦਾ ਹੈ। ਜਿੱਥੇ ਸੁੱਧ ਸਤੋ ਗੁਣ ਦੀ ਪ੍ਰਧਾਨਤਾ ਹੈ, ਉੱਥੇ ਨਿਮਰਤਾ ਦੇ ਸਹਿਤ ਹੈ ਤੂੰ ਆਪਣੇ ਰੰਗ ਦਿਖਾ ਰਿਹਾ ਹੈ। ਕਿਤੇ ਤੂੰ ਹੰਕਾਰ ਦੇ ਵਿੱਚ ਵਰਤ ਰਿਹਾ ਹੈ, ਕਿਤੇ ਤੂੰ ਨਿਮਰਤਾ ਦੇ ਵਿੱਚ ਵਰਤ ਰਿਹਾ ਹੈ। ਇਹ ਸਰੀਰ ਹਨ, ਸਰੀਰਾਂ ਦੇ ਵਿੱਚ ਤੇਰੀ ਜੋਤ ਹੈ, ਤੂੰ ਹੀ ਇਹ ਕੌਤਕ ਕਰ ਰਿਹਾ ਹੈ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ। ਕਿ ਇਹ ਪਰਮੇਸ਼ਰ ਇੱਕ ਮਹਿਲ ਸਰੀਰ ਵਿੱਚ, ਕਿ ਏਕ ਮਹਿਲ ਤੂੰ ਆਪੇ ਆਪੇ, ਇੱਕ ਮਹਿਲ ਸਰੀਰ ਵਿੱਚ ਤੂੰ ਦੇਹ ਦੀ ਹੰਗਤਾ ਕਰਕੇ ਦੇਹ ਨੂੰ ਆਪਣਾ ਆਪ ਮੰਨ ਬੈਠਾ ਹੈ। ਇੱਕ ਸਰੀਰ ਅੰਦਰ ਆਤਮਾ ਦੀ ਵਿਚਾਰ ਕਰਨ ਵਾਲੇ ਤੱਤ ਬੀਤੇ ਹਨ, ਉਹਨਾਂ ਦੇ ਅੰਦਰ ਆਪਣਾ ਆਪ ਰੂਪ ਹੋ ਕੇ ਵਰਤ ਰਿਹਾ ਹੈ। ਅਤੇ ਏਕ ਮਹਿਲ ਗਰੀਬਾਨੋ, ਇੱਕ ਮਹਿਲ ਇੱਕ ਸਰੀਰ ਵਿੱਚ ਤੂੰ ਬਹੁਤ ਹੀ ਗਰੀਬਾਨੋ, ਹਲੀਮੀ ਧਾਰੀ ਹੋ ਰਹੀ ਹੈ, ਗਰੀਬੀ ਧਾਰੀ ਹੋਈ ਹੈ, ਅਤੇ ਅੰਤ ਨਿਮਰਤਾ ਦੇ ਸਹਿਤ ਗਰੀਬੀ ਵਾਲਾ ਹੋ ਕੇ ਵਰਤ ਰਿਹਾ ਹੈ। ਏਕ ਮਹਿਲ ਤੂੰ ਅੰਮ੍ਰਿਤ ਬਖਤਾ, ਏਕ ਮਹਿਲ ਖਲ ਹੋਤਾ। ਏਕ ਇੱਕ ਮਹਿਲ ਸਰੀਰ ਵਿੱਚ, ਇਹ ਜਿਹੜਾ ਸਰੀਰ ਹੈ ਇਹ ਮਹਿਲ ਦਾ ਨਾਂ ਦਿੱਤਾ ਹੈ ਇਸ ਨੂੰ, ਕਿ ਹੇ ਪਰਮੇਸ਼ਰ, ਇੱਕ ਸਰੀਰ ਵਿੱਚ ਤੂੰ ਰਜੋਂ ਗੁਣ ਦੇ ਪ੍ਰਤਾਪ ਕਰਕੇ ਪੰਡਤ ਬਖਤਾ, ਪੰਡਤ ਵਿਦਵਾਨ ਹੋ ਕੇ ਵੇਦਾਂ ਨੂੰ ਬਖਤਾ ਕਥਨ ਕਰਦਾ ਹੈ। ਕਿਸੇ ਦੇ ਅੰਦਰ ਤੂੰ ਰਜੋ ਗੁਣ ਦੇ ਪ੍ਰਤਾਪ ਕਰਕੇ ਵਿਦਵਾਨ ਹੋ ਕੇ ਵੇਦਾਂ ਨੂੰ ਕਥਨ ਕਰਦਾ ਹੈ। ਏਕ ਮਹਿਲ ਖਲ ਹੋਤਾ, ਕਿ ਇੱਕ ਮਹਿਲ ਇੱਕ ਸਰੀਰ ਵਿੱਚ ਤਮੋ ਗੁਣ ਦੇ ਘੋਰ ਪ੍ਰਤਾਪ ਕਰਕੇ ਖਲ ਹੁੰਦਾ, ਮੂਰਖ ਹੋ ਰਿਹਾ ਹੈ। ਇਹ ਤੇਰੇ ਹੀ ਕੌਤਕ ਅਚਰਜ ਹਨ। ਏਕ ਮਹਿਲ ਤੋਂ ਸਭ ਕਿਸ ਗਰਾਹਜ। ਇੱਕ ਮਹਿਲ ਇੱਕ ਸਰੀਰ ਦੇ ਅੰਦਰ ਪੂਜਾ ਭੇਟਾ ਦਾਣੇ ਆਦਿਕ ਸਾਰਾ ਕੁਝ ਗਰਾਹਜ ਗ੍ਰਹਿਣ ਕਰੀ ਜਾਂਦਾ ਹੈ। ਏਕ ਮਹਿਲ ਤੋਂ ਸਭ ਕਿਸ ਗਰਾਹਜ, ਕਿ ਇੱਕ ਸਰੀਰ ਦੇ ਅੰਦਰ ਪੂਜਾ ਭੇਟਾ ਦਾਣੇ ਆਦਿਕ ਸਾਰਾ ਕੁਝ ਗ੍ਰਹਿਣ ਕਰੀ ਜਾਂਦਾ ਹੈ। ਅਤੇ ਏਕ ਮਹਿਲ ਕਛੂ ਨਾ ਲੇਤਾ, ਤੇ ਇੱਕ ਮਹਿਲ ਸਰੀਰ ਵਿੱਚ ਕਿਸੇ ਤੋਂ ਕੁਝ ਵੀ ਨਹੀਂ ਲੈਂਦਾ, ਭਾਵ ਤਿਆਗੀ ਬਣਿਆ ਬੈਠਾ ਹੈ। ਇਹ ਮਹਾਰਾਜ ਜੀ ਦੀ ਉਸ ਪਰਮੇਸ਼ਰ ਦੇ ਕੌਤਕ ਹਨ ਕਿ ਇੱਕ ਸਰੀਰ ਦੇ ਵਿੱਚ ਪਰਮੇਸ਼ਰ ਬਣ ਕੇ ਲੋਕਾਂ ਤੋਂ ਮੰਗਦਾ ਫਿਰਦਾ ਹੈ। ਕਿ ਇੱਕ ਇਹੋ ਜਿਹੇ ਸਰੀਰ ਹਨ ਜਿਨ੍ਹਾਂ ਦੇ ਵਿੱਚ ਇਹ ਕਿਸੇ ਤੋਂ ਕੁਝ ਵੀ ਨਹੀਂ ਲੈਂਦਾ, ਤਿਆਗੀ ਬਣਿਆ ਬੈਠਾ ਹੈ। ਕਾਠ ਕੀ ਪੁੱਤਰੀ ਕਹਾ ਕਰੈ ਬਪਰੀ। ਮਹਾਰਾਜ ਜੀ ਕਹਿਣ ਲੱਗੇ, ਜਿਸ ਪ੍ਰਕਾਰ ਕਾਠ ਲੱਕੜ ਦੀ ਪੁਤਲੀ ਬਪਰੀ ਵਿਚਾਰੀ ਆਪਣੇ ਆਪ ਕੀ ਕਰ ਸਕਦੀ ਹੈ,
ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ। ਇਹ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਹਨ ਕਿ ਜਿਸ ਪ੍ਰਕਾਰ ਲੱਕੜ ਦੀ ਪੁਤਲੀ ਵਿਚਾਰੀ ਆਪਣੇ ਆਪ ਕੀ ਕਰ ਸਕਦੀ ਹੈ। ਖਿਲਾਵਣਹਾਰੋ ਜਾਣੈ ਕਿ ਇਸ ਨੂੰ ਖਿਲਾਵਣਹਾਰੋ ਖਿਡਾਉਣ ਵਾਲਾ ਨਾਟ ਹੀ ਜਾਣਦਾ ਹੈ। ਜਿਵੇਂ ਖੇਡਾਂ ਪਾਉਣ ਵਾਲਾ ਹੁੰਦਾ ਹੈ ਤੇ ਉਸ ਤੋਂ ਖੇਡਾਂ ਪਵਾ ਦਿੰਦਾ ਹੈ ਲੱਕੜ ਦੀ ਪੁਤਲੀ ਤੋਂ। ਪਰ ਮਹਾਰਾਜ ਜੀ ਕਹਿਣ ਲੱਗੇ ਜਿਸ ਪ੍ਰਕਾਰ ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ, ਕਿ ਇਹ ਲੱਕੜ ਦੀ ਪੁਤਲੀ ਵਿਚਾਰੀ ਆਪਣੇ ਆਪ ਕੀ ਕਰ ਸਕਦੀ ਹੈ। ਇਸ ਨੂੰ ਖਿਲਾਵਣਹਾਰੋ ਖਿਡਾਉਣ ਵਾਲਾ ਨਟ ਹੀ ਖੇਡਾਂ ਪਾਉਣ ਵਾਲਾ ਹੀ ਜਾਣਦਾ ਹੈ। ਜੈਸਾ ਭੇਖ ਕਰਾਵੈ ਬਾਜੀਗਰ ਉਹ ਤੈਸੋ ਹੀ ਸਾਜ ਆਨੈ। ਜੈਸਾ ਜਿਸ ਪ੍ਰਕਾਰ ਦਾ ਬਾਜੀਗਰ ਨਟ ਜਾਦੂਗਰ ਕਾਠ ਪੁਤਲੀਆਂ ਦਾ ਭੇਸ ਕਰਾਉਂਦਾ ਹੈ, ਉਹ ਕਾਠ ਪੁਤਲੀਆਂ ਉਸੇ ਤਰ੍ਹਾਂ ਹੀ ਸਾਜ ਆਨੈ ਸਾਜ ਆਉਂਦੀਆਂ ਹਨ ਕਿ ਇਸੇ ਪ੍ਰਕਾਰ ਕਾਠ ਦੀ ਪੁਤਲੀ ਦੀ ਨਿਆਈ ਇਹ ਜੜ ਦੇ ਵਿਚਾਰੀ ਕੀ ਕਰ ਸਕਦੀ ਹੈ। ਖਿਲਾਵਣਹਾਰੋ ਬ੍ਰਹਮ ਚੇਤਨ ਆਪ ਹੀ ਸਾਰੇ ਜੀਵਾਂ ਵਿੱਚ ਵਰਤ ਕੇ ਚੇਟਸਾ ਕਰਾਉਂਦਾ ਹੈ, ਉਹ ਆਪ ਹੀ ਜਾਣਦਾ ਹੈ। ਬਾਜੀਗਰ ਦੀ ਨਿਆਈ ਈਸ਼ਰ ਨੇ ਆਪ ਹੀ ਮਾਇਆ ਸਬਲ ਹੋ ਕੇ ਸੰਸਾਰ ਰੂਪ ਬਾਜੀ ਪਾਈ ਹੈ। ਇਹ ਜਿਸ ਪ੍ਰਕਾਰ ਚਾਰੇ ਖਾਣੀਆਂ ਵਿੱਚ ਅੰਡਜ ਜੇਰਜ ਸੇਤਜ ਉਤਭੁਜ ਵਿੱਚ ਭੇਸ ਕਰਾਉਂਦਾ ਹੈ ਪਰਮੇਸ਼ਰ ਜੀਵ ਤੋਂ, ਉਸੇ ਪ੍ਰਕਾਰ ਹੀ ਪਸ਼ੂ ਪੰਛੀ ਦੈਂਤ ਮਨੁੱਖ ਦੇਵਤੇ ਆਦਿ ਸਾਰੇ ਸਮਾਨ ਧਾਰ ਕੇ ਆ ਜਾਂਦੇ ਹਨ। ਅਨਕ ਕੋਠਰੀ ਬਹੁਤ ਭਾਤ ਕਰੀਆ ਆਪ ਹੁਆ ਰਖਵਾਰਾ। ਅਨਕ ਕੋਠਰੀ ਬਹੁਤ ਭਾਤ ਕਰੀਆ ਆਪ ਹੁਆ ਰਖਵਾਰਾ। हे परमेश्वर तू आप ही अनक अनेका ही देहा रूपी कोठड़ियाँ अंडज जेरज सेतज उत्पुज आदि दे भेद करके बेअंत तरीकिਆਂ ਨਾਲ रचना कीतियां ਹਨ। अनक कोठरी बहुत भांत करिया। हे परमेश्वर तू आप ही अनक अनेका ही देहा रूपी कोठड़ियाँ अंडज जेरज सेतज उत्पज आदि ਦੇ ਭੇਦ ਕਰਕੇ ਬੇਅੰਤ ਤਰੀਕਿਆਂ ਨਾਲ ਰਚਨਾ ਕੀਤੀਆਂ ਹਨ। ਤੇ ਆਪ ਹੋਆ ਰਖਵਾਰਾ, ਤੇ ਤੂੰ ਆਪ ਹੀ ਸਾਰੀਆਂ ਦੇਹਾਂ ਦਾ ਸਾਰਿਆਂ ਆਕਾਰਾਂ ਦਾ ਰਖਵਾਰਾ ਰੱਖਿਆ ਕਰਨ ਵਾਲਾ ਹੋ ਗਿਆ ਹੈ। ਜੈਸੇ ਮਹਿਲ ਰਾਖੈ ਤੈਸੇ ਰਹਿਣਾ। हे ਪਰਮੇਸ਼ਰ जैसे जिस प्रकार महल शरीरां नूं तू रखदा है तैसे रहना, तिस प्रकार ही इन्हां देहां आकार धारियां ने रहना है। क्या एहो करै विचारा। यह विचारा तुस जीव की कर सकदा है। जिस तरह इन्हां देहां नूं परमात्मा रखदा है उसे प्रकार यह रहंदियां हन। जिन किस दिया सोई जानै। जिसने यह सारियां 84 लख जूना रूपी जिन किस किया सोई जानै। जिन यह सब विद साजी। विद विधि के महाराज जी कथन करते हैं। जिन किस दिया सोई जानै। जिन यह सब विद साजी। जिसने यह सारियां 84 लख जूना रूपी वेद नूं सजाउणा कीता है। जिस परमेश्वर ने जो कुछ रचना नूं पैदा कीता है, भाव बाजी नूं पाया है। यह संसार दी बाजी नूं जिस परमेश्वर ने पाया है
ਉਹੀ ਪਰਮੇਸ਼ਰ ਆਪ ਹੀ ਜਾਣਦਾ ਹੈ। ਕਹੋ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਕਹੋ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਉਹ ਸਭ ਦਾ ਸੁਆਮੀ, ਸਭ ਦਾ ਮਾਲਕ ਪਰਮੇਸ਼ਰ ਅਪਰੰਪਰ ਪ੍ਰਕਿਰਤੀ ਤੋਂ ਪਰੇ ਹੈ ਅਤੇ ਆਪਣੇ ਕਾਜੀ, ਆਪਣੇ ਕੰਮਾਂ ਦੀ ਕੀਮਤ, ਆਪਣੇ ਕੰਮਾਂ ਦੀ ਮੁੱਲ ਪਾਉਣ ਵਾਲਾ, ਕੰਮਾਂ ਕਾਰਾਂ ਨੂੰ ਆਪ ਹੀ ਜਾਣਦਾ ਹੈ। ਕਿ ਕਹੋ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਉਹ ਸਭ ਦਾ ਸੁਆਮੀ ਮਾਲਕ ਪਰਮੇਸ਼ਰ ਪ੍ਰਕਿਰਤੀ ਤੋਂ ਪਰੇ ਹੈ। ਆਪਣੇ ਕੰਮਾਂ ਦੀ ਕੀਮਤ, ਆਪਣੇ ਕੰਮਾਂ ਦੇ ਮੁੱਲ ਪਾਉਣ ਵਾਲਾ ਆਪ ਹੀ ਹੈ। ਕੰਮਾਂ ਕਾਰਾਂ ਨੂੰ ਆਪ ਹੀ ਜਾਣਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਉਹ ਜੋ ਕੁਝ ਕਰਦਾ ਹੈ ਉਹ ਸੱਤ ਹੀ ਕਰਦਾ ਹੈ, ਚੰਗਾ ਹੀ ਕਰਦਾ ਹੈ, ਉਸ ਦੇ ਕੀਤੇ ਮੁਤਾਬਕ ਹੀ ਹੋ ਰਿਹਾ ਹੈ। ਅਗਲੇ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਰਾਗ ਦੇ ਅੰਦਰ ਸਮਝਾ ਰਹੇ ਹਨ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਵਿਕਾਰਾਂ ਤੋਂ ਛਡਾਉਣ ਵਾਸਤੇ ਤਾੜਨਾ ਕਰਕੇ ਸਿੱਖਿਆ ਦਿੰਦੇ ਹਨ। ਕੋਈ ਸ਼ਬਦ ਤਾੜਨਾ ਦਾ ਵੀ ਆ ਜਾਂਦਾ ਹੈ ਅਤੇ ਬਾਣੀ ਪਿਆਰ ਸਤਿਕਾਰ ਨਾਲ ਬਹੁਤ ਜ਼ਿਆਦਾ ਸਮਝਾਉਂਦੀ ਹੈ। ਕਿਤੇ ਤਾੜਨਾ ਵੀ ਕਰਦੇ ਹਨ ਪਾਤਸ਼ਾਹ ਜਦੋਂ ਇਹ ਜੀਵ ਸਮਝਦਾ ਨਹੀਂ। ਮਹਾਰਾਜ ਜੀ ਨੇ ਤਾੜਨਾ ਦੇ ਕੇ ਸਮਝਾਉਣਾ ਕੀਤਾ ਹੈ। ਇਸ ਸ਼ਬਦ ਦੇ ਵਿੱਚ ਸਿੱਖਿਆ ਦਿੰਦੇ ਹਨ, ਛੋੜ ਛੋੜ ਰੇ ਵਿਖਿਆ ਕੇ ਰਸੂਆ। ਮਹਾਰਾਜ ਜੀ ਕਹਿਣ ਲੱਗੇ, ਰੇ ਹੇ ਜੀਵ, ਵਿਖਿਆ ਵਿਸ਼ਿਆਂ ਦੇ ਰਸਾਂ ਦੇ ਤਾਈ ਛੋੜ ਛੋੜ ਛੱਡ ਦੇ। ਜੇਕਰ ਤੂੰ ਨਾ ਛੱਡੇਗਾ ਤਾਂ ਇਹ ਤੈਨੂੰ ਛੱਡ ਜਾਣਗੇ। ਛੋੜ ਛੋੜ ਰੇ ਵਿਖਿਆ ਕੇ ਰਸੂਆ, ਹੇ ਜੀਵ ਵਿਸ਼ਿਆਂ ਦੇ ਰਸਾਂ ਦੇ ਤਾਈ ਛੱਡਦੇ, ਜੇਕਰ ਤੂੰ ਨਾ ਛੱਡੇਗਾ ਤਾਂ ਇਹ ਤੈਨੂੰ ਛੱਡ ਜਾਣਗੇ। ਉਰਜ ਰਹਿਓ ਰੇ ਬਾਵਰ ਗਾਵਰ, ਹੇ ਬਾਵਰ ਕਮਲੇ, ਗਾਵਰ ਗਵਾਰ ਬੇਸਮਝ ਜੀਵ, ਤੂੰ ਵਿਸ਼ਿਆਂ ਦੇ ਵਿੱਚ ਇਸ ਤਰ੍ਹਾਂ ਉਰਜ ਰਹਿਓ, ਫਸ ਰਿਹਾ ਹੈ ਕਿ ਗਵਾਲੇ ਦੀ ਨਿਆਈ ਇੰਦਰੀਆਂ ਰੂਪੀ ਗਊਆਂ ਨੂੰ ਵਿਸ਼ੇ ਰੂਪੀ ਘਾਹ ਚਰਾਉਂਦਾ ਹੈ। ਜਿਵੇਂ ਹਰਿਆਓ, ਹਰੀ ਚੁੱਗ, ਹਰੇ ਖੇਤ ਨੂੰ ਵੇਖ ਕੇ ਆਉਣ ਵਾਲੇ ਪਸ਼ੂ ਖੇਤੀ ਨੂੰ ਖਾ ਜਾਂਦੇ ਹਨ। ਹਰਿਆਏ ਪਸ਼ੂਆਂ ਦੀ ਨਿਆਈ ਭਰਾਏ ਹੱਕ ਰੂਪੀ ਖੇਤੀ ਨੂੰ, ਬਗਾਨੇ ਘਰਾਂ ਨੂੰ ਤੱਕਣ ਰੂਪ ਵਿਸ਼ੇ ਰੂਪੀ ਖੇਤੀ ਖਾਂਦਾ ਰਹਿੰਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਜੋ ਜਾਣਹਿ ਤੂੰ ਆਪਣੇ ਕਾਜੈ, ਜੋ ਜਿਹੜੇ ਮਾਇਆ ਪਦਾਰਥ ਸੰਬੰਧੀ ਆਦਿਕ ਨੂੰ ਤੂੰ ਜਾਣਦਾ ਹੈ ਕਿ ਆਪਣੇ ਮੇਰੇ ਕਾਜੈ ਕੰਮ ਆਉਣਗੇ। ਜੋ ਜਾਣਹਿ ਤੂੰ ਆਪਣੇ ਕਾਜੈ, ਕਿ ਜਿਹੜੇ ਮਾਇਆ ਪਦਾਰਥ ਸੰਬੰਧੀ ਆਦਿ ਨੂੰ ਤੂੰ ਜਾਣਦਾ ਹੈ ਕਿ ਇਹ ਮੇਰੇ ਕੰਮ ਆਉਣਗੇ। ਇਹ ਤਾਂ ਸੋ ਸੰਗ ਨਾ ਚਾਲੈ ਤੇਰਾ ਤਸੂਆ, ਸੋ ਸੰਗ ਨਾ ਚਾਲੈ ਤੇਰਾ ਤਸੂਆ, ਕਿ ਜਿਨ੍ਹਾਂ ਨੂੰ ਪਦਾਰਥਾਂ ਨੂੰ, ਮਾਇਆ ਨੂੰ, ਸੰਬੰਧੀਆਂ ਨੂੰ ਜਾਣਦਾ ਹੈ ਕਿ ਮੇਰੇ ਕੰਮ ਆਉਣਗੇ, ਇਹ ਤਾਂ ਤੇਰੇ ਸੰਗ ਤੇਰੇ ਨਾਲ ਤਸੂਆ, ਤਸੂ ਮਾਤਰ ਭਾਵ ਥੋੜ੍ਹੀ ਦੂਰ ਤੱਕ ਵੀ ਨਹੀਂ ਚੱਲਣਗੇ। ਕਿ ਕਾਰੀਗਰਾਂ ਦੇ ਹਿਸਾਬ ਅਨੁਸਾਰ ਇਮਾਰਤੀ ਗਜ ਦੇ 24ਵੇਂ ਹਿੱਸੇ ਨੂੰ ਤਸੂ ਕਹਿੰਦੇ ਹਨ, ਕਿ ਇੱਕ ਤਸੂ ਵੀ ਤੇਰੇ ਨਾਲ ਨਹੀਂ ਚੱਲਣਗੇ। ਨਾਂਗੋ ਆਇਆ ਨਾਂਗ ਸੰਧਾਸੀ, ਹੇ ਜੀਵ ਤੂੰ ਨਾਂਗੋ ਆਇਆ, ਤੂੰ ਨੰਗਾ ਹੀ ਇਸ ਸੰਸਾਰ ਵਿੱਚ ਆਇਆ ਸੀ। ਨਾਗ ਸੰਧਾਸੀ, ਤੇ ਅੰਤ ਨੂੰ ਵੀ ਨਾਗ ਨੰਗਾ ਹੀ ਪਰਲੋਕ ਨੂੰ ਸਿਧਾਸੀ ਚਲਿਆ ਜਾਏਗਾ। ਨਾਂਗੋ ਆਇਆ ਨਾਗ ਸਿਧਾਸੀ,
ਕਿ ਹੇ ਜੀਵ ਤੂੰ ਨਾਂਗੋ ਨੰਗਾ ਹੀ ਇਸ ਸੰਸਾਰ ਵਿੱਚ ਆਇਆ ਸੀ ਤੇ ਅੰਤ ਨੂੰ ਵੀ ਨੰਗਾ ਹੀ ਪਰਲੋਕ ਨੂੰ ਚਲਿਆ ਜਾਏਗਾ। ਫੇਰ ਫੇਰਿਓ ਅਰ ਕਾਲ ਗਰਸੂਆ, ਕਿ ਬਾਰ-ਬਾਰ ਤੂੰ ਵਿਸ਼ਿਆਂ ਵਿੱਚ ਹੀ ਫਿਰਦਾ ਹੈ, ਬਾਰ-ਬਾਰ ਤੂੰ ਵਿਸ਼ਿਆਂ ਵਿੱਚ ਫਿਰਦਾ ਰਹਿੰਦਾ ਹੈ। ਤੈਨੂੰ 84 ਦੇ ਫੇਰੇ 84 ਦੇ ਚੱਕਰ ਵਿੱਚ ਫੇਰਿਆ ਗਿਆ ਅਤੇ ਹਰੇਕ ਦੇਹ ਦੇ ਅੰਤ ਵੇਲੇ ਤੈਨੂੰ ਕਾਲ, ਤੈਨੂੰ ਮੌਤ ਨੇ ਗਰਸੂਆ ਗਰਸ ਲੈਣਾ ਕੀਤਾ। ਭਾਵ ਕਾਲ ਤੈਨੂੰ ਖਾ ਰਿਹਾ ਹੈ, ਤੈਨੂੰ ਕਾਲ ਖਾ ਰਿਹਾ ਹੈ। ਪੇਖ ਪੇਖ ਰੇ ਕੁਸੁੰਭ ਕੀ ਲੀਲਾ, ਹੈ ਜੀਵ ਤੂੰ ਕੁਸੁੰਭ ਕੁਸੁੰਭੇ ਰੰਗ ਦੀ ਲਿਆਈ, ਨਾਸਵੰਤ ਮਾਇਕੀ ਪਦਾਰਥਾਂ ਦੀ ਲੀਲਾ ਖੇਲ ਬਿਲਾਸ ਪੇਖ ਪੇਖ ਦੇਖ ਦੇਖ ਕੇ, ਕਿ ਤਿੰਨਾਂ ਵਿੱਚ ਹੀ ਰਾਚ ਮਾਚ ਆਨੰਦ ਨਾਲ ਮਿਲ ਕਰਕੇ, ਰਚ ਕੇ ਮਿਚ ਕੇ ਲੀਨ ਹੋ ਕੇ, ਤਿੰਨਾਂ ਦੇ ਨਾਲ ਮਿਲ ਕਰਕੇ ਹਸੂਆ ਕੇ ਹੱਸਦਾ ਰਹਿੰਦਾ ਹੈ। ਪੇਖ ਪੇਖ ਰੇ ਕੁਸੁੰਭ ਕੀ ਲੀਲਾ, ਰਾਚ ਮਾਚ ਤਿਨਹੂ ਲਓ ਹਸੂਆ, ਕਿ ਹੇ ਜੀਵ ਤੂੰ ਕੁਸੁੰਭੇ ਰੰਗ ਦੀ ਨਿਆਈ, ਨਾਸਵੰਤ ਮਇਕੀ ਪਦਾਰਥਾਂ ਦੀ ਲੀਲਾ ਖੇਲ ਵੇਖ ਵੇਖ ਕੇ, ਤਿੰਨਾਂ ਵਿੱਚ ਹੀ ਰਾਚ ਮਾਚ ਆਨੰਦ ਨਾਲ ਮਿਲ ਕਰਕੇ, ਰੁੱਚ ਕੇ ਮਿਚ ਕੇ ਲੀਨ ਹੋ ਕੇ, ਤਿੰਨਾਂ ਦੇ ਨਾਲ ਮਿਲ ਕਰਕੇ ਹਸੂਆ ਹੱਸਦਾ ਰਹਿੰਦਾ ਹੈ। ਪਰ ਸੀਜਤ ਡੋਰ ਦਿਨਸ ਅਰ ਰੈਣੀ, ਜੀ ਕੋ ਕਾਜ ਨਾ ਕੀਨੋ ਕਛੂਆ। ਮਹਾਰਾਜ ਜੀ ਕਹਿਣ ਲੱਗੇ ਸੀਜਤ ਡੋਰ ਦਿਨਸ ਅਰ ਰੈਣੀ, ਹੇ ਜੀਵ ਤੇਰੀ ਉਮਰ ਰੂਪੀ ਡੋਰ ਡੋਰੀ ਰੱਸੀ ਦਿਨਸ ਦਿਨ ਅਰ ਰੈਣੀ ਰਾਤ ਕਰਕੇ, ਸੀਜਤ ਹੁੰਦਾ ਹੈ ਗੁਜ਼ਰਦੀ ਜਾ ਰਹੀ ਹੈ, ਨਾਸ ਹੁੰਦੀ ਜਾ ਰਹੀ ਹੈ। ਜੀ ਕੋ ਕਾਜ ਨਾ ਕੀਨੋ ਕਛੂਆ, ਜੋ ਤੇਰਾ ਜੀਵ ਦਾ ਕਾਜ ਕੰਮ ਸੀ ਕਿ ਆਪਣੇ ਆਪ ਨੂੰ ਮੁਕਤ ਕਰ ਲੈਣਾ, ਇਹ ਤੂੰ ਕਸੂਆ ਕੁਝ ਵੀ ਨਹੀਂ ਕੀਤਾ। ਕਿ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਨਹੀਂ ਰਹਿਣ ਫਿਰ ਨਾਹੀ, ਆਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਪਰਮੇਸ਼ਰ ਦਾ ਨਾਮ ਜਪਣਾ ਕਰ, ਆਵਰ ਕਾਜ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੰਮ ਕਰਦਾ ਹੈ, ਤੇਰੇ ਕਿਤੇ ਨਾ ਕਾਮ, ਉਹ ਪਰਲੋਕ ਵਿੱਚ ਤੇਰੇ ਕਿਤੇ ਵੀ ਕੰਮ ਨਹੀਂ ਆਉਣਗੇ। ਪਰ ਕਰਨਾ ਕੀ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿ ਸਤ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਕਰਤ ਕਰਤ ਇਵਹੀ ਵਿਰਧਾਨੋ, ਹਾਰਿਓ ਉਕਤੇ ਤਾਨ ਖੀਨ ਸਊਆ। ਕਿ ਮਾਇਆ ਨੂੰ ਇਕੱਠੀ ਕਰਤ ਕਰਤ ਕਰਦਿਆਂ ਕਰਦਿਆਂ ਇਵੇਂ ਹੀ ਵਿਰਧਾਨੋ ਬੁੱਢਾ ਹੋ ਗਿਆ ਹੈ। ਕਰਤ ਕਰਤ ਇਵ ਹੀ ਵਿਰਧਾਨੋ, ਕਿ ਮਾਇਆ ਨੂੰ ਇਕੱਠੀ ਕਰਦਿਆਂ ਕਰਦਿਆਂ ਇਵੇਂ ਹੀ ਵਿਰਧਾਨੋ ਹੋ ਗਿਆ ਹੈ, ਬੁੱਢਾ ਹੋ ਗਿਆ ਹੈ। ਬਾਲਕ ਅਵਸਥਾ ਖੇਲਾਂ ਵਿੱਚ ਲੰਘ ਗਈ, ਜਵਾਨੀ ਭੋਗਾਂ ਵਿੱਚ ਲੰਘ ਗਈ, ਭੋਗ ਭੋਗਦਿਆਂ ਕਿ ਢਲਦੀ ਜਵਾਨੀ ਸੰਸਿਆਂ ਵਿੱਚ ਫਿਕਰਾਂ ਵਿੱਚ ਗੁਜ਼ਰ ਗਈ। ਹੁਣ ਕਰਤ ਕਰਤ ਇਵ ਹੀ ਵਿਰਧਾਨੋ, ਹੁਣ ਕਰਤ ਕਰਤ ਕਰਦੇ ਹਾਂ, ਕੁਝ ਕਰਤ ਕਰਦੇ ਹਾਂ, ਐਵੇਂ ਹੀ ਵਿਰਧਾਨੋ ਬੁੱਢਾ ਹੋ ਕੇ ਕੁਝ ਨਾ, ਬੁੱਢਾ ਹੋ ਕੇ ਕੁਝ ਵੀ ਨਾ ਹੋ ਸਕਿਆ। ਹਾਰਿਓ ਉਕਤੇ ਤਾਨ ਖੀਨ ਸੁਆ, ਕਿ ਜਦੋਂ ਜਵਾਨੀ ਤੋਂ ਹਾਰ ਗਿਆ, ਭਾਵ ਬਲ ਨਹੀਂ ਹੁੰਦਾ, ਤੇ ਤਨ ਸਰੀਰ ਬਲ ਵੀ ਖੀਨ ਸੁਆ, ਖੀਨ ਹੋ ਕੇ ਨਸ ਗਿਆ, ਖੀਨ ਨਾਸ ਹੋ ਗਿਆ, ਨਸੂਆ ਨਸ ਗਿਆ ਤੇ ਸਰੀਰ ਦਾ ਖੀਨ ਹੋ ਗਿਆ। ਪਰ ਅਜੇ ਵੀ ਅਸੂਆ
ਆਸਾ ਨਹੀਂ ਛੱਡਦਾ। ਜਦੋਂ ਸਰੀਰ ਦਾ ਬਲ ਵੀ ਛੱਡ ਗਿਆ ਕਿ ਤਾਕਤ ਵੀ ਨਹੀਂ ਉੱਠਣ ਦੀ ਰਹੀ, ਫਿਰ ਵੀ ਆਸਾ ਕਰੀ ਜਾਂਦਾ ਹੈ ਕਿ ਮਾਇਆ ਬੰਨੀ ਭਜਦਾ ਹੈ, ਮਨ ਹੈ ਤੇਰਾ ਮਾਇਆ ਬੰਨੀ ਭਜਦਾ ਹੈ, ਪਰਿਵਾਰ ਬੰਨੀ ਭਜਦਾ ਹੈ, ਸਿੱਖਿਆ ਦਿੰਦਾ ਹੈ, ਪਰ ਆਪ ਸਿੱਖਿਆ ਨਹੀਂ ਲੈਂਦਾ ਕਿ ਪਰਮੇਸ਼ਰ ਦਾ ਨਾਮ ਜਪ ਲਾਂ, ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਏ। ਜਿਹੜੇ ਕੰਮ ਵਾਸਤੇ ਆਇਆ ਹਾਂ ਕਿ ਨਾਮ ਜਪ ਕੇ ਮਨੁੱਖਾ ਜਨਮ ਸਫਲਾ ਕਰ ਲਾਂ, ਇਸ ਪਾਸੇ ਨਹੀਂ ਲੱਗਦਾ। ਆਸਾ ਹੋਰ ਵੀ ਕਰਦਾ ਹੈ, ਆਸਾ ਨਹੀਂ ਛੱਡਦਾ। ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਘਟੈ ਨਾਹੀ ਰੁਚ ਚਸੁਆ। ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਘਟੈ ਨਾਹੀ ਰੁਚ ਚਸੁਆ। ਕਿ ਜਿਵੇਂ ਬਾਲਾ ਬਾਲ ਅਵਸਥਾ, ਬੱਚਿਆਂ ਵਾਲੀ ਅਵਸਥਾ ਤੋਂ ਉਸ ਮੋਹਣੀ, ਉਸ ਮੋਹ ਲੈਣ ਵਾਲੀ ਮਾਇਆ ਨੇ ਮੋਹ ਲਿਆ। ਬਹੁਤ ਬਾਲਾ ਬਹੁਤ ਬਲ ਵਾਲੀ ਮਾਇਆ ਨੇ ਤੈਨੂੰ ਮੋਹਿਆ ਹੈ। ਹੁਣ ਬੁਢੇਪੇ ਵਿੱਚ ਵੀ ਮਾਇਕੀ ਪਦਾਰਥਾਂ ਤੋਂ ਤੇਰੀ ਰੁਚੀ ਇੱਕ ਚਸੂਆ ਚਸਾ ਮਾਤਰ ਵੀ ਨਹੀਂ ਘਟਦੀ। ਅਜੇ ਵੀ ਉਸੇ ਪਾਸੇ ਦਾ ਚਸੂਆ ਚਸਕਾ ਲੱਗਿਆ ਹੋਇਆ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਘਟੈ ਨਾਹੀ ਰੁਚ ਚਸੂਆ। ਕਿ ਜਿਵੇਂ ਬਾਲਾ ਬਾਲ ਅਵਸਥਾ ਤੋਂ ਉਸ ਮੋਹਨੀ ਮੋਹ ਲੈਣ ਵਾਲੀ ਮਾਇਆ ਨੇ ਮੋਹਿਆ ਸੀ, ਉਹ ਬਲ ਵਾਲੀ ਮਾਇਆ ਨੇ ਤੈਨੂੰ ਮੋਹਿਆ ਹੈ। ਹੁਣ ਬੁਢੇਪੇ ਵਿੱਚ ਵੀ ਮਾਇਕੀ ਪਦਾਰਥਾਂ ਤੋਂ ਤੇਰੀ ਰੁਚੀ ਇਹ ਚਸੂਆ ਚਸਾ ਮਾਤਰ ਵੀ ਨਹੀਂ ਘਟਦੀ। ਅਜੇ ਵੀ ਉਸੇ ਪਾਸੇ ਚਸੂਆ ਚਸਕਿਆਂ ਵਿੱਚ ਲੱਗਿਆ ਹੋਇਆ ਹੈ। ਜਗ ਐਸਾ ਮੋਹਿ ਗੁਰਹੇ ਦਿਖਾਇਓ, ਤੋ ਸਰਨ ਪਰਿਓ ਤਾਜ ਗਰ ਬਸੂਆ। ਮਹਾਰਾਜ ਜੀ ਕਹਿਣ ਲੱਗੇ, ਹੈ ਜੀਵ, ਜਗ ਐਸਾ, ਇਹ ਸੰਸਾਰ ਇਹੋ ਜਿਹਾ ਹੈ। ਮੋਹੇ ਗੁਰਹੇ ਦਿਖਾਇਓ, ਜੋ ਮੋਹੇ ਮੈਨੂੰ ਗੁਰਹੇ ਗੁਰੂ ਸਾਹਿਬ ਜੀ ਨੇ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਜਗ ਐਸਾ ਮੋਹੇ ਗੁਰਹੇ ਦਿਖਾਇਓ, ਹੈ ਜੀਵ, ਸੰਸਾਰ ਇਹੋ ਜਿਹਾ ਹੈ ਜੋ ਮੋਹੇ ਮੈਨੂੰ ਗੁਰੂ ਸਾਹਿਬ ਜੀ ਨੇ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਤਉ ਸਰਨ ਭਰਿਓ ਤਾਜ ਗਰ ਵਸੂਆ। ਤਦੋਂ ਹੀ ਭਾਈ ਅਸੀਂ ਗੁਣਾ ਕਰਕੇ ਗਰ ਵਸੂਆ, ਪੈਦਾ ਹੋਣ ਵਾਲੇ ਹੰਕਾਰ ਨੂੰ ਛੱਡ ਕੇ ਪਰਮੇਸ਼ਰ ਦੀ ਸਰਨ ਭਰਿਓ, ਕਿ ਪਰਮੇਸ਼ਰ ਦੀ ਸਰਨ ਵਿੱਚ ਭਰਿਓ ਪੈ ਗਿਆ ਹਾਂ। ਮਾਰਗ ਪ੍ਰਭ ਕੋ ਸੰਤ ਬਤਾਇਓ, ਦਿਰੜੀ ਨਾਨਕ ਦਾਸ ਭਗਤ ਹਰ ਜਸੁਆ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਮਾਰਗ ਪ੍ਰਭ ਕੋ ਸੰਤ ਬਤਾਇਓ, ਕਿ ਸਾਨੂੰ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਰਸਤਾ ਸੰਤ ਸਾਤ ਆਤਮਾ ਵਾਲੇ ਗੁਰੂ ਸਾਹਿਬ ਜੀ ਨੇ ਬਤਾਇਓ, ਦੱਸ ਦਿੱਤਾ ਹੈ। ਸਿੱਖਾਂ ਨੇ ਕਿਹਾ, ਮਹਾਰਾਜ ਉਹ ਰਸਤਾ ਕਿਹੜਾ ਹੈ? ਕਿਰਪਾ ਕਰਕੇ ਸਾਨੂੰ ਵੀ ਦੱਸ ਦਿਓ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਦਿੜੀ ਨਾਨਕ ਦਾਸ ਭਗਤ ਹਰ ਜਸੂਆ। ਕਿ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਦਾਸਾ ਭਾਵ ਧਾਰਨ ਕਰਕੇ ਜੋ ਭਗਤ ਭਗਤੀ ਕਰਨੀ ਹੈ ਤੇ ਪਰਮੇਸ਼ਰ ਦਾ ਜਸੂਆ ਜਸ ਕਰਨਾ ਹੈ, ਇਹੋ ਹੀ ਸਾਡੀ ਦ੍ਰਿੜ ਕਰ ਲਿਆ ਹੈ, ਅਸੀਂ ਨਿਸ਼ਚੇ ਕਰ ਲਿਆ ਹੈ। ਇਹੋ ਹੀ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਹੈ। ਸੇਵਕਾਂ ਨੇ ਪਰਮੇਸ਼ਰ ਦੀ ਜਸੂਆ ਹੁੰਦਾ ਕੀਰਤੀ ਰੂਪੀ ਭਗਤੀ ਦ੍ਰਿੜ ਕੀਤੀ ਹੈ, ਭਾਵ ਪੱਕਿਆਂ ਕੀਤੀ ਹੈ। ਇਹੀ ਜਿਹੜਾ ਹੈ ਰਸਤਾ, ਇਹ ਪਰਮੇਸ਼ਰ ਨੂੰ ਮਿਲਣ ਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਨੇ
ਕਿ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਪ੍ਰਾਰਥਨਾ ਕਿਸ ਪ੍ਰਕਾਰ ਕਰੀਂਦੀ ਹੈ। ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਜਿਸ ਪ੍ਰਕਾਰ ਕੋਈ ਔਂਕੜ ਆ ਬਣੇ, ਜਿਸ ਪ੍ਰਕਾਰ ਜਿਸ ਸਮੇਂ ਕੋਈ ਔਂਕੜ ਆ ਬਣੇ ਤੇ ਕੋਈ ਸਹਾਰਾ ਨਾ ਦਿਸੇ, ਉਸ ਵੇਲੇ ਜਿਵੇਂ ਪਰਮੇਸ਼ਰ ਨੂੰ ਚੇਤੇ ਕਰੀਂਦਾ ਹੈ, ਉਸ ਪ੍ਰਕਾਰ ਸਦਾ ਵਾਸਤੇ ਹੀ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਇਸ ਪ੍ਰਕਾਰ ਬੇਨਤੀ ਕਰਦੇ ਰਹੀਏ, ਕਹੀਏ ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਨ ਆਧਾਰਾ। ਕਿ ਉਸੇ ਸਮੇਂ ਜਦੋਂ ਕੋਈ ਔਂਕੜ ਆ ਬਣੇ, ਉਸੇ ਸਮੇਂ ਕਹੋ, ਹੇ ਮੇਰੇ ਪਰਮੇਸ਼ਰ, ਤੇਰੇ ਤੋਂ ਬਗੈਰ ਸਾਡਾ ਕੌਣ ਹੈ। ਹੇ ਮਾਤਾ ਦੇ ਗਰਭ ਵਿੱਚ ਰੱਖਿਆ ਕਰਨ ਵਾਲੇ ਮੇਰੇ ਪਿਆਰੇ ਪ੍ਰੀਤਮ, ਇਸ ਲੋਕ ਵਿੱਚ ਮੇਰੇ ਪ੍ਰਾਣ ਆਧਾਰਾ, ਕਿ ਮੇਰੇ ਪ੍ਰਾਣਾਂ ਦਾ ਸਵਾਸਾਂ ਦਾ ਆਸਰਾ ਰੂਪ ਤੂੰ ਹੀ ਹੈ। ਰਹਾਉ ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅੰਤਰ ਕੀ ਵਿਦ ਤੁਮ ਹੀ ਜਾਨੀ, ਤੁਮ ਹੀ ਸੱਜਣ ਸਹੇਲੇ। ਹੇ ਪਰਮੇਸ਼ਰ, ਮੇਰੇ ਅੰਤਰ ਅੰਦਰ ਦੀ ਵਿਦ ਹਾਲਤ ਤੁਸੀਂ ਹੀ ਜਾਣਨਾ ਕੀਤੀ ਹੈ, ਅਤੇ ਤੁਮ ਹੀ ਸੱਜਣ ਸਹੇਲੇ, ਅਤੇ ਤੁਸੀਂ ਹੀ ਨਿਸ਼ਚੇ ਕਰਕੇ ਪਰਲੋਕ ਵਿੱਚ ਮੈਨੂੰ ਸਹੇਲੇ ਸੁਖਾਲੇ ਰੱਖਣ ਵਾਲੇ ਸੱਜਣ ਹੋ। ਇਸ ਲੋਕ ਵਿੱਚ ਤੁਸੀਂ ਮੇਰੇ ਸੱਜਣ ਹੋ ਤੇ ਪਰਲੋਕ ਵਿੱਚ ਵੀ ਤੁਸੀਂ ਹੀ ਮੈਨੂੰ ਸੁਖਦਾਇਕ ਰੱਖਣ ਵਾਲੇ ਹੋ। ਸਰਬ ਸੁਖਾਂ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹਿ ਅਤੋਲੇ। ਹੇ ਪਰਮੇਸ਼ਰ, ਸਰਬ ਸਾਰੇ ਸੁਖ ਮੈਂ ਤੁਝ ਤੇ ਪਾਏ, ਤੁਹਾਡੇ ਤੋਂ ਹੀ ਪ੍ਰਾਪਤ ਕੀਤੇ ਹਨ। ਮੇਰੇ ਠਾਕੁਰ ਅਗਹਿ ਅਤੋਲੇ, ਕਿ ਤੁਸੀਂ ਹੀ ਮੇਰੇ ਠਾਕੁਰ ਸੁਆਮੀ, ਅਗਹਿ ਪਾਕਣ ਤੋਂ ਰਹਿਤ ਤੇ ਅਤੋਲੇ ਤੋਲਣ ਮਾਪਣ ਤੋਂ ਰਹਿਤ ਹੋ। ਸਰਬ ਸੁਖਾਂ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹਿ ਅਤੋਲੇ। ਹੇ ਮੇਰੇ ਪਰਮੇਸ਼ਰ, ਸਰਬ ਸਾਰੇ ਸੁੱਖਾਂ, ਸਾਰੇ ਸੁੱਖ ਮੈਂ ਤੁਹਾਡੇ ਤੋਂ ਹੀ ਪ੍ਰਾਪਤ ਕੀਤੇ ਹਨ। ਤੁਸੀਂ ਹੀ ਮੇਰੇ ਸੁਆਮੀ ਮਾਲਕ ਪਰਮੇਸ਼ਰ ਹੋ, ਕਿ ਅਗਹਿ ਪਾਕਣ ਤੋਂ ਰਹਿਤ ਤੇ ਅਤੋਲੇ ਤੋਲਣ ਮਾਪਣ ਤੋਂ ਰਹਿਤ ਹੋ। ਵਰਨਾ ਸਾਕੋ ਤੁਮਰੇ ਰੰਗਾ, ਗੁਣ ਨਿਧਾਨ ਸੁਖ ਦਾਤੇ। ਹੇ ਦੈਵੀ ਗੁਣਾਂ ਦੇ ਖਜ਼ਾਨੇ, ਸੁਖ ਦਾਤੇ, ਸੁੱਖਾਂ ਦੇ ਦਾਤੇ ਪ੍ਰਭੂ ਜੀ, ਤੁਹਾਡੇ ਕੌਤਕਾਂ ਨੂੰ ਵਰਣਨ ਨਹੀਂ ਕਰ ਸਕੀਦਾ, ਕਿ ਵਰਣ ਨ ਸਾਕੋ ਤੁਮਰੇ ਰੰਗਾ, ਗੁਣ ਨਿਧਾਨ ਸੁਖ ਦਾਤੇ। ਹੇ ਦੈਵੀ ਗੁਣਾਂ ਦੇ ਖਜ਼ਾਨੇ, ਸੁਖ ਦਾਤੇ, ਸੁੱਖਾਂ ਦੇ ਦਾਤੇ ਪ੍ਰਭੂ ਜੀ, ਤੁਹਾਡੇ ਕੌਤਕਾਂ ਨੂੰ ਵਰਣਨ ਨਹੀਂ ਕਰ ਸਕੀਦਾ। ਆਗਮ ਅਗੋਚਰ ਪ੍ਰਭ ਅਵਨਾਸੀ, ਪੂਰੇ ਗੁਰ ਤੇ ਜਾਤੇ। ਹੇ ਆਗਮ ਮਨ ਦੀ ਹੰਗਤਾ ਤੋਂ ਰਹਿਤ, ਅਗੋਚਰ ਇੰਦਰੀਆਂ ਦੇ ਅਵਿਸ਼ੇ, ਅਵਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਜੀ, ਪੂਰੇ ਗੁਰ ਤੇ ਜਾਤੇ। ਪੂਰਿਆਂ ਸਤਿਗੁਰਾਂ ਤੋਂ ਹੀ ਤੁਹਾਡੇ ਸਰੂਪ ਨੂੰ ਜਾਣਿਆ ਜਾਂਦਾ ਹੈ। ਭ੍ਰਮ ਭਉ ਕਾਟ ਕੀਏ ਨਿਹ ਕੇਵਲ, ਜਬ ਤੇ ਹਉਮੈ ਮਾਰੀ। ਭ੍ਰਮ ਭਉ ਕਾਟ ਕੀਏ ਨਿਹ ਕੇਵਲ। ਹੇ ਮਹਾਰਾਜ, ਜਦੋਂ ਤੋਂ ਤੁਸੀਂ ਕਿਰਪਾ ਕਰਕੇ ਮੇਰੀ ਤਿੰਨਾਂ ਦੇਹਾਂ ਦੀ ਹੰਗਤਾ ਮਾਰ ਦਿੱਤੀ, ਭਾਵ ਨਾਸ ਕਰ ਦਿੱਤੀ ਹੈ, ਤਦੋਂ ਤੋਂ ਤੁਸੀਂ ਮੇਰਾ ਜੀਵ ਈਸ ਆਦ ਭਰਮ ਸੰਸਾ ਵੀ ਕੱਟ ਦਿੱਤਾ ਹੈ, 7 ਪ੍ਰਕਾਰ ਦਾ ਡਰ ਵੀ ਕੱਟ ਦਿੱਤਾ ਹੈ, ਅਤੇ ਨਿਹ ਕੇਵਲ ਸੁੱਧ ਸਰੂਪ ਕਰ ਦਿੱਤਾ ਹੈ। ਜਬ ਤੇ ਹਉਮੈ ਮਾਰੀ, ਕਿ ਜਦੋਂ ਤੋਂ ਤੁਸੀਂ ਮੇਰੀ ਹਉਮੈ ਅੰਦਰੋਂ ਹੰਕਾਰ ਸੰਸਾ ਕੱਟ ਦਿੱਤਾ ਹੈ, ਕਿ ਕੈਵਲ ਮੋਖ ਦੇ ਕੇ ਸੁੱਧ ਕਰ ਦਿੱਤਾ ਹੈ। ਜਨਮ ਮਰਨ ਕੋ ਚੂਕੋ ਸਹਿਸਾ, ਸਾਧ ਸੰਗਤ ਦਰਸਾਰੀ। ਜਨਮ ਮਰਨ ਕੋ ਚੂਕੋ ਸੰਸਾ, ਸਾਧ ਸੰਗਤ ਦਰਸਾਰੀ। ਕਿ हे ਮਹਾਰਾਜ, ਸਾਧ ਸੰਗਤ, ਸਤ ਸੰਗਤ ਦੁਆਰਾ ਤੁਹਾਡੇ ਦਰਸਾਰੀ, ਤੁਹਾਡੇ ਦਰਸ਼ਨ ਕਰਕੇ
ਜਨਮ ਮਰਨ ਆਵਾਗਮਨ ਦਾ ਸਹਿਸਾ ਸੰਸਾ ਚੁੱਕਿਆ ਗਿਆ ਹੈ, ਨਿਮਿਰਤ ਹੋ ਗਿਆ ਹੈ। ਚਰਨ ਪਖਾਰ ਕਰੋ ਗੁਰ ਸੇਵਾ, ਬਾਰ ਜਾਓ ਲਖ ਬਰੀਆ। ਸਤਿਗੁਰਾਂ ਦੇ ਚਰਨਾਂ ਨੂੰ ਪਖਾਰ ਹੁੰਦਾ, ਜਲ ਨਾਲ ਚੰਗੀ ਤਰ੍ਹਾਂ ਧੋਣ ਰੂਪ ਟਹਿਲ ਕਰੋ, ਸੇਵਾ ਕਰੋ। ਹਰ ਵੇਲੇ ਚਰਨਾਂ ਨੂੰ ਪਖਾਰ ਹੁੰਦਾ, ਵੇਖਣਾ ਹੀ ਰਹਾ। ਹੇ ਮਹਾਰਾਜ, ਤੁਹਾਡੇ ਤੋਂ ਲੱਖਾਂ ਵਾਰੀ ਬਾਰਨੇ ਬਲਹਾਰਨੇ ਜਾਂਦੇ ਹਾਂ ਕਿ ਜਿਹ ਪ੍ਰਸਾਦ ਇਹ ਭੌਜਲ ਤਰਿਆ, ਜਨ ਨਾਨਕ ਪਿਰ ਸੰਗ ਪਿਰਿਆ। ਜਿਹ ਪ੍ਰਸਾਦ ਇਹੋ ਭੌਜਲ ਤਰਿਆ, ਜਨ ਨਾਨਕ ਪਿਰ ਸੰਗ ਮਿਰਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦੀ ਕਿਰਪਾ ਕਰਕੇ ਇਸ ਸੰਸਾਰ ਸਮੁੰਦਰ ਤੋਂ ਤਰੇ ਹਾਂ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੈਂ ਦਾਸ ਪਿਰੀ ਪਿਆਰੇ ਪਤੀ ਪਰਮੇਸ਼ਰ ਦੇ ਸੰਗ ਨਾਲ ਮਿਰਿਆ ਮਿਲ ਗਿਆ ਹਾਂ। ਮੇਰੀ ਬਿਰਤੀ ਬ੍ਰਹਮਕਾਰ ਹੋ ਕੇ ਤੁਹਾਡੇ ਨਾਲ ਮਿਲ ਗਈ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਜਿਹ ਪ੍ਰਸਾਦ ਇਹੋ ਭੌਜਲ ਤਰਿਆ, ਜਨ ਨਾਨਕ ਪੇਰ ਸੰਗ ਮਿਲਿਆ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਦੀ ਕਿਰਪਾ ਕਰਕੇ ਇਸ ਸੰਸਾਰ ਤੋਂ, ਇਸ ਸੰਸਾਰ ਸਮੁੰਦਰ ਤੋਂ ਤਰੇ ਹਾਂ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਮੈਂ ਜਨ ਦਾਸ ਪਿਆਰੇ ਪਤੀ ਪਰਮੇਸ਼ਰ ਦੇ ਨਾਲ ਮਿਲ ਗਿਆ ਹਾਂ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ